ਸਾਂਝਾ ਮੰਚ YouTube ਚੈਨਲ ਤੇ ਆਪ ਸਭ ਦਾ ਸਵਾਗਤ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਉਸੇ ਲੜੀ ਤਹਿਤ ਅੱਜ ਅਸੀਂ ਅਧਿਆਤਮਵਾਦ ਤੇ ਗੱਲ ਕਰਨ ਜਾ ਰਹੇ ਹਾਂ ਤੇ ਜੋ ਸਾਡੇ ਨਾਲ ਸ਼ਖਸੀਅਤ ਨੇ ਉਹ ਬਹੁਪੱਖੀ ਪ੍ਰਤਿਭਾ ਦੇ ਧਨੀ ਨੇ, ਜਿਨ੍ਹਾਂ ਵਿੱਚੋਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਚੰਗੇ ਸਿੰਗਰ, ਲੇਖਕ ਜਿਨ੍ਹਾਂ ਨੇ ਕਈ ਕਿਤਾਬਾਂ ਸਾਨੂੰ ਦੇ ਚੁੱਕੇ ਨੇ। ਇਹ ਤੋਂ ਬਿਨਾਂ ਇਹਨਾਂ ਦਾ ਜਿਹੜਾ ਮੇਨ ਇਹਨਾਂ ਦਾ ਰੂਹ ਦੀ ਖੁਰਾਕ ਆ ਤਾਂ ਉਹ ਅਧਿਆਤਮਵਾਦ ਆ। ਤਾਂ ਅਸੀਂ ਇਹਨਾਂ ਨੂੰ ਇੱਕ ਅਧਿਆਤਮ ਗੁਰੂ ਵੀ ਕਹਿ ਸਕਦੇ ਹਾਂ। ਤਾਂ ਅਧਿਆਤਮ ਤੇ ਅੱਜ ਇਹਨਾਂ ਦੇ ਨਾਲ ਗੱਲ ਕਰਨ ਜਾ ਰਹੇ ਹਾਂ ਤੇ ਇਹਨਾਂ ਦਾ ਨਾਮ ਉਮੇਸ਼ ਸਹਿਗਲ ਜੀ ਆ ਤੇ ਸਾਡੇ ਨਾਲ ਨੇ। ਉਮੇਸ਼ ਜੀ, ਸਵਾਗਤ ਹੈ ਬਹੁਤ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤੇ ਸਰ, ਅੱਜ ਜਿਵੇਂ ਕਿ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਅਧਿਆਤਮਵਾਦ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ। ਅਧਿਆਤਮਵਾਦ ਤੇ ਜਿੰਨਾ ਕਿ ਮੈਂ ਤੁਹਾਨੂੰ ਜਾਣਦਾ ਤੇ ਤੁਸੀਂ ਇਸ ਫੀਲਡ ਦੇ ਵਿੱਚ ਕਾਫੀ ਜ਼ਿਆਦਾ ਸਮੇਂ ਤੋਂ ਇਸ ਫੀਲਡ ਦੇ ਨਾਲ ਜੁੜੇ ਹੋਏ ਹੋ। ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਇਹ ਫੀਲਡ ਦੇ ਵਿੱਚ, ਇਸ ਫੀਲਡ ਜਾਂ ਇਸ ਖੇਤਰ ਦੇ ਵਿੱਚ ਤੁਹਾਡਾ ਝੁਕਾਅ ਕਿਉਂ ਹੋਇਆ? ਉਹ ਕਿਹੜੇ ਕਾਰਨ ਸੀ ਜਿਹੜੇ ਤੁਹਾਨੂੰ ਇਸ ਫੀਲਡ ਦੇ ਵਿੱਚ ਲੈ ਕੇ ਆਏ? ਸੋ ਪਹਿਲਾਂ ਤਾਂ ਮੈਂ ਬਹੁਤ ਤੁਹਾਡਾ ਸ਼ੁਕਰਾਨਾ ਕਰਨਾ ਚਾਹਾਂਗਾ ਤੇ ਈਸ਼ਵਰ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਤੇ ਸਾਂਝਾ ਮੰਚ ਦਾ ਵੀ ਸ਼ੁਕਰਾਨਾ ਕਰਨਾ ਚਾਹ ਰਿਹਾ ਕਿ ਇੰਟਰਵਿਊ ਤੁਸੀਂ ਲੈ ਰਹੇ ਹੋ। ਔਰ ਜੋ ਤੁਸੀਂ ਗੱਲ ਕਹਿ ਰਹੇ ਹੋ ਕਿ ਇਸ ਤਰਫ ਝੁਕਾਅ ਕਿਸ ਤਰ੍ਹਾਂ ਹੋਇਆ ਮੇਰਾ, ਸੋ ਝੁਕਾਅ ਇਸ ਤਰ੍ਹਾਂ ਹੁੰਦਾ ਕਿ ਬਚਪਨ ਤੋਂ ਹੀ ਜੋ ਮਾਂ-ਬਾਪ ਤੁਹਾਨੂੰ ਸੰਸਕਾਰ ਦੇ ਦਿੰਦੇ ਨੇ, ਤੇ ਬਚਪਨ ਤੋਂ ਹੀ ਮੈਨੂੰ ਗੀਤਾ ਪੜ੍ਹਨ ਦਾ ਬਹੁਤ ਹੀ ਉਹ ਕਹਿੰਦੇ ਸ਼ੌਂਕ ਸੀਗਾ। ਠੀਕ ਹੈ ਜੀ। ਫਿਰ ਉਹ ਸ਼ੌਂਕ ਕਦੋਂ ਇੱਕ ਵਕਤ ਆਇਆ ਕਿ ਝੁਕਾਅ ਬਣ ਗਿਆ ਕਿ ਈਸ਼ਵਰ ਕੌਣ ਹੈ। ਜਦੋਂ ਈਸ਼ਵਰ ਕੌਣ ਹੈ ਜਾਂ ਮੈਂ ਕੌਣ ਹਾਂ, ਜਦੋਂ ਇਨਸਾਨ ਦੇ ਅੰਦਰ ਇਹ ਉਤਸੁਕਤਾ ਪੈਦਾ ਹੋ ਜਾਂਦੀ ਹੈ, ਇਹ ਕੁਐਸਚਨ ਅਰਾਈਜ਼ ਹੋ ਜਾਂਦਾ, ਸਮਝ ਲਓ ਕਿ ਉਹ ਉਸ ਤਰਫ ਹੁਣ ਚੱਲ ਸਕਦਾ, ਉਹਦੀ ਤਿਆਰੀ ਹੋ ਗਈ ਉਸ ਈਸ਼ਵਰ ਤੱਕ ਜਾਣ ਦੀ ਜਾਂ ਖੁਦ ਨੂੰ ਪਾਉਣ ਦੀ। ਸ਼ੁਰੂ ਕਰ ਲਈ ਉਹਨੇ ਤਿਆਰੀ। ਉਹ ਕਦੀ ਵੀ ਜਾ ਸਕਦਾ। ਉਹ ਕੋਈ ਇਸ ਤਰ੍ਹਾਂ ਜ਼ਰੂਰੀ ਨਹੀਂ ਹੈ ਕਿ ਕੋਈ ਦੁੱਖ 'ਚ ਹੋਵੇ ਕਿਸੇ ਦੇ ਨਾਲ, ਕਿਸੇ ਦਾ ਸੁੱਖ 'ਚ ਵੀ ਇਹ ਚੀਜ਼ ਨੂੰ ਹੋ ਸਕਦਾ। ਇਸ ਤਰ੍ਹਾਂ ਝੁਕਾਅ ਤਾਂ ਦੇਖੋ ਇਸ ਤਰ੍ਹਾਂ ਹੀ ਹੁੰਦਾ ਹੈ। ਠੀਕ। ਉਹ ਇੱਕ ਤੁਹਾਡੀ ਜਿਹੜੀ ਸੀ ਕਿ ਨੈਚੁਰਲੀ ਇੱਕ ਇਸ ਫੀਲਡ ਵੱਲ ਨਹੀਂ ਆਉਣਾ ਹੈ। ਦੇਖੋ, ਈਸ਼ਵਰ ਨੇ ਜਿਸ ਤੋਂ ਜੋ ਕਰਵਾਉਣਾ ਉਹ ਕਰਵਾ ਹੀ ਲੈਣਾ। ਠੀਕ ਹੈ ਉਮੇਸ਼ ਜੀ, ਜਿਵੇਂ ਆਪਾਂ ਅੱਜ ਦੇਖਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ 4000 ਦੇ ਨੇੜੇ ਤੇੜੇ ਧਰਮ ਨੇ ਦੁਨੀਆ ਦੇ। ਇੱਕ ਅਧਿਆਤਮਵਾਦ ਕਿਸੇ ਖਾਸ ਧਰਮ ਦੇ ਨਾਲ ਸੰਬੰਧਿਤ ਆ ਜਾਂ ਇਹ ਸਾਰੇ ਧਰਮਾਂ ਦਾ ਜੋੜ ਆ? ਤੁਸੀਂ ਅਧਿਆਤਮਵਾਦ ਨੂੰ ਕਿਵੇਂ ਡਿਫਾਈਨ ਕਰੇਂਗੇ? ਅਧਿਆਤਮਵਾਦ ਬੇਸਿਕਲੀ ਆਪਾਂ ਜਾਂ ਸਪਿਰਿਚੁਅਲ ਪ੍ਰੈਕਟਿਸ ਕਹਿ ਦਈਏ। धर्म ਨੂੰ ਅਗਰ ਸਮਝ ਲਈਏ, ਧਰਮ ਕਿਆ ਹੈ? ਦੇਖੋ, ਚਾਹੇ ਜਿੰਨੇ ਵੀ ਆ 4 ਮੇਨ ਧਰਮ ਹੈ, ਹਿੰਦੂ, ਮੁਸਲਿਮ, ਸਿੱਖ, ਈਸਾਈ, ਇਹਨਾਂ ਦਾ ਮੇਨ ਬੇਸ ਕਿਆ ਹੈ? ਕਦੀ ਇਸ ਨੂੰ ਆਪਾਂ ਦੇਖੀਏ, ਸਭ ਦਾ ਬੇਸ ਇੱਕੋ ਹੀ ਹੈ, ਪ੍ਰੇਮ, ਗਿਆਨ, ਸत्य। ਇਹ 3 ਹੀ ਬੇਸ ਨੇ। ਇਸ 3 ਤੋਂ ਬਾਹਰ ਕੁਝ ਵੀ ਨਹੀਂ ਹੈ। ਅਗਰ ਪ੍ਰੇਮ ਨਹੀਂ ਹੈ, ਕੱਲਾ ਗਿਆਨ ਹੈ, ਤਾਂ ਵੀ ਉਹ ਅਧਰਮੀ ਕਹਿਲਾਏਗਾ। ਅਗਰ ਗਿਆਨ ਨਹੀਂ ਹੈ ਤਾਂ ਕੋਈ ਫਾਇਦਾ ਹੀ ਨਹੀਂ ਹੈ। ਠੀਕ ਹੈ। ਅਗਰ ਸत्य ਨਹੀਂ ਹੈ ਤਾਂ ਵੀ ਉਹ ਅਧਰਮੀ ਹੈ। ਠੀਕ ਹੈ ਜੀ। ਅਗਰ ਆਪਾਂ ਦੇਖੀਏ, ਕੋਈ ਵੀ ਦਰਸ਼ਕ ਦੇਖ ਰਿਹਾ ਹੈ, ਅਗਰ ਉਹ ਪ੍ਰੇਮੀ ਨਹੀਂ ਹੈ, ਸਮਝ ਲਓ ਅਧਿਆਤਮਿਕ ਨਹੀਂ ਹੈ। ਅਗਰ ਉਹ ਸत्य ਤੇ ਨਹੀਂ ਚੱਲਦਾ, ਮਤਲਬ ਉਹ ਅਧਿਆਤਮਿਕ ਨਹੀਂ ਹੈ। ਅਗਰ ਉਹਨੂੰ ਗਿਆਨ ਨਹੀਂ ਹੈ ਤਾਂ ਵੀ ਅਧਿਆਤਮਿਕ ਨਹੀਂ ਹੈ। ਹੁਣ ਇਹ ਆਪਣੇ ਤੇ ਹੈ ਕਿ ਆਪਾਂ ਆਪਣੇ ਕੋਲ ਇਹ ਨੌਲੇਜ ਹੈ ਜਾਂ ਨਹੀਂ ਹੈ। ਬੇਸਿਕਲੀ ਨੌਲੇਜ ਹੈ ਖੁਦ ਤੱਕ ਪਹੁੰਚਣ ਦੀ। दास अक्सर एक गल कहना होता है कि खुद को जाना नहीं और खुदा की बात करता है, जिंदगी भर खुद को नजरअंदाज करता है। अक्सर इंसान खुद ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ठीक है, ईश्वर ਵੱਲ जाना है,
ਹੁਣ ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ ਕਿ ਲਿਆਓ ਮੈਂ ਤੁਹਾਨੂੰ ਰੱਬ ਦੇ ਦਰਸ਼ਨ ਕਰਵਾ ਦਿੰਦਾ, ਹੂੰ ਠੀਕ ਹੈ, ਕਿਉਂਕਿ ਕਈ ਕਈ ਸੰਸਥਾ ਚੱਲਦੀਆਂ ਤੁਹਾਨੂੰ ਪਤਾ ਹੈ, ਹੂੰ ਠੀਕ ਹੈ ਜੀ। ਹੂੰ ਤੇ ਜਦੋਂ ਕੋਈ ਇਸ ਤਰ੍ਹਾਂ ਕਰਦਾ ਹੈ ਕਿ ਮੈਂ ਤੁਹਾਨੂੰ ਰੱਬ ਦੇ ਦਰਸ਼ਨ ਕਰਵਾ ਰਿਹਾ ਹਾਂ, ਹੂੰ ਦੇਖੋ ਕੁਛ ਹੱਦ ਤੱਕ ਕੁਛ ਲੋਕੀ ਠੀਕ ਵੀ ਨੇ, ਹੂੰ ਠੀਕ ਹੈ, ਹੂੰ ਉਹਨਾਂ ਦਾ ਮੋਟਿਵ ਗਲਤ ਨਹੀਂ ਹੈ, ਹੂੰ ਪਰੰਤੂ ਜੋੜ, ਹੂੰ ਦੇਖੋ ਪਿੱਛੇ ਹੀ ਇੱਕ ਚਰਚਾ ਹੋ ਰਹੀ ਸੀ ਭਗਤੀ ਯੋਗ ਦੀ। ਹੂੰ भक्ति क्या है? भक्ति सब कर रहे हैं। हम्म, भक्ति है प्रेम। हम्म, ਤੁਹਾਡੇ ਮਨ ਚ ਉਹ ਇੱਛਾ, ਉਹ ਪ੍ਰਬਲ ਇੱਛਾ ਅਗਰ ਜਾਗ ਗਈ ਕਿ ਮੈਂ ਈਸ਼ਵਰ ਦੀ ਪ੍ਰਾਪਤੀ ਕਰਨੀ ਹੈ, हम्म, ਤਾਂ ਫਿਰ ਇਹ ਵਕਤ ਲਗਾਉਂਦਾ ਨਹੀਂ ਜ਼ਿਆਦਾ, हम्म, ਠੀਕ ਹੈ। हम्म, ਕਹਿੰਦਾ ਨਾ ਲੱਭੋ ਤਾਂ ਰੱਬ ਵੀ ਮਿਲ ਜਾਂਦਾ ਹੈ। हम्म, ਪਰੰਤੂ ਪ੍ਰੇਮ ਦੀ ਪਰਿਭਾਸ਼ਾ ਹੈ ਕਿ ਪ੍ਰੇਮ ਦੋ ਹੁੰਦੇ ਨਾ, ਉਦੋਂ ਪ੍ਰੇਮ ਹੁੰਦਾ हम्म, ਤੇ ਯੋਗ हम्म, ਮਿਲਾਪ ਹੋ ਜਾਣ। हम्म, ਪਹਿਲਾਂ ਪ੍ਰੇਮ ਹੋਊਗਾ, हम्म, ਦੇਖੋ ਸੰਸਾਰ ਚ ਆਪਾਂ ਦੇਖਦੇ ਆਂ हम्म, ਪਹਿਲਾਂ ਪ੍ਰੇਮ ਹੁੰਦਾ ਹੈ, ਫਿਰ हम्म, ਸ਼ਾਦੀ ਹੋ ਜਾਂਦੀ, ਮਿਲਾਪ। हम्म, ਜਿਹੜੇ ਪਤੀ ਪਤਨੀ ਅੱਛੇ ਤਰੀਕੇ ਨਾਲ ਜੀਵਨ ਜੀਂਦੇ ਆ ਉਹ ਇੱਕ ਦੂਸਰੇ ਨੂੰ ਜਾਣਦੇ ਆ। हम्म, हम्म, ਮਿਲਾਪ ਤਾਂ ਅਸਲੀ ਉਦੋਂ ਹੁੰਦਾ। हम्म, ਪ੍ਰੇਮ ਤਾਂ ਇੱਕ ਵਿਧੀ ਹੈ, हम्म, ਭਗਤੀ ਇੱਕ ਵਿਧੀ ਹੈ। हम्म, ਭਗਤੀ ਦੇਖੋ ਸਾਧਨਾ ਹੈ, हम्म, ਭਗਤੀ ਧਿਆਨ ਹੈ, हम्म, ਭਗਤੀ ਅੱਛੇ ਕਰਮ ਕਰਨਾ ਵੀ ਭਗਤੀ ਹੀ ਹੈ। हम्म, ਸਭ ਬਾਰੇ ਅੱਛਾ ਸੋਚਣਾ, हम्म, ਸਭ ਦੇ ਭਲੇ ਦੀ ਕਾਮਨਾ ਕਰਨਾ, ਇਹ ਵੀ ਭਗਤੀ ਹੈ, हम्म, ਠੀਕ ਹੈ। ਭਗਤੀ ਚ ਅਗਰ ਜਦੋਂ ਪ੍ਰੇਮ ਆ ਜਾਵੇ हम्म, ਤਾਂ ਉਹ ਟੌਪ ਮੋਸਟ ਭਗਤੀ ਦਾ ਲੈਵਲ ਹੈ। हम्म, ਉਹ ਕਿਸੇ ਚ ਹੀ ਉਤਪੰਨ ਹੋਇਆ, ਉਹ ਮੀਰਾ ਚ ਹੋਇਆ, हम्म, ਠੀਕ ਹੈ, ਉਹ ਸੁਦਾਮਾ ਚ ਵੀ ਹੋਇਆ, हम्म, ਉਹ ਹਨੂਮਾਨ ਜੀ ਚ ਹੋਇਆ, हम्म, ਉਹ ਭਗਤ ਪ੍ਰਹਲਾਦ ਚ ਹੋਇਆ, हम्म, ਠੀਕ ਹੈ। ਉਹ ਗਿਣੇ ਚੁਣਵੇਂ ਲੋਕ ਹੀ ਹੈ हम्म, ਜਿਹੜੇ ਭਗਤ ਬਣ ਪਾਏ, हम्म, ਜਿਨ੍ਹਾਂ ਨੇ ਈਸ਼ਵਰ ਨੂੰ ਹੀ ਈਸ਼ਵਰ ਤੋਂ ਮੰਗ ਲਿਆ। हम्म, हम्म, ਮੇਰੇ ਗੁਰੂ ਨੇ ਇੱਕ ਸ਼ਬਦ ਬੋਲਿਆ ਸੀਗਾ, हम्म, ਕਹਿੰਦਾ राज ना मांगा ताज ना मांगा ना मांगा संसार है, प्रभु भक्त ने प्रभु को मांगा, प्रभु से ही हर बार है। हम्म, जिनके लिए मोती के मन के धूल समान थे, हम्म, सदा राम को राम से ही मांगते हनुमान थे। हम्म, महलों वाली मीरा ने भी गिरधर को ही मांगा था, हम्म, कुटिया वाली शबरी ने भी रघुवर को ही मांगा था। हम्म, एक भक्त प्रहलाद थे जिसने राजा के घर जन्म लिया, हम्म, मोह नहीं था धन वैभव का, एक हरि का ध्यान किया। हम्म, भक्ति रस को चखने वाला और ना रस अपनाता है, हम्म, कहे हरदेव सिवा ईश्वर के कुछ ना उसको भाता है। मतलब ਉਹਦੀ ਸਥਿਤੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਇਹ ਕਿ ਉਹ ਪ੍ਰੇਮ में ਹੋ ਜਾਂਦਾ, ਉਸ ਤੋਂ ਬਾਅਦ ਉਹ ਮਿਲਾਪ ਹੋ ਗਿਆ, ਫਿਰ ਤਾਂ ਇੱਕ ਹੋ ਗਿਆ। ਜਿਹੜੀ ਮੀਨਿੰਗ ਇਹ ਹੋਇਆ ਕਿ ਆਤਮਾ ਪਰਮਾਤਮਾ ਨਾਲ ਜੁੜਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹਨੂੰ ਅਧਿਆਤਮਵਾਦ ਕਹਿ ਦਿੰਦੇ ਆਪਾਂ। ਹਾਂ ਤੁਸੀਂ ਕਹਿ ਸਕਦੇ ਹੋ। ਠੀਕ। ਅੱਛਾ ਅਮੀ ਜੀ ਇੱਕ ਚੀਜ਼ ਰਹਿੰਦੀ ਆ ਕਿ ਤੁਸੀਂ ਕਾਫੀ ਸਮੇਂ ਤੋਂ ਇਸ ਫੀਲਡ ਨੂੰ ਟਾਈਮ ਦਿੱਤਾ ਤੇ ਕੁਝ ਤੁਸੀਂ ਇਹਦੇ ਲਈ ਇਸ ਸਟੇਜ ਤੇ ਆਉਣ ਲਈ ਕੁਝ ਪ੍ਰੈਕਟਿਸ ਕੀਤੀਆਂ ਹੋਣੀਆਂ ਨੇ, ਕੁਝ ਮੈਂ ਸਮਝਦਾ ਜਿਵੇਂ ਤੁਸੀਂ ਯੋਗ ਦੀ ਗੱਲ ਕੀਤੀ ਜਾਂ ਭਗਤੀ ਦੀ ਗੱਲ ਕੀਤੀ ਜਾਂ ਪ੍ਰੇਮ ਦੀ ਗੱਲ ਕੀਤੀ, ਤਾਂ ਇਹਦੇ ਵਿੱਚ ਤੁਸੀਂ ਕਿਹੜੀ ਪੱਧਤੀ ਤੇ ਕੰਮ ਕੀਤਾ? ਮੈਂ ਪੁੱਛਣਾ ਚਾਹੁੰਦਾ ਕਿ ਉਹ ਕਿਹੜੀਆਂ ਪ੍ਰੈਕਟਿਸ ਸੀਗੀਆਂ ਜਿਹੜੀਆਂ ਤੁਸੀਂ ਕਰਦੇ ਰਹੇ ਇਸ ਮੁਕਾਮ ਤੇ ਪਹੁੰਚੇ? ਦੇਖੋ ਅੱਜ ਜੋ ਤੁਸੀਂ ਕਮਰੇ 'ਚ ਬੈਠੇ ਹੋ, ਮੈਂ ਇਸ ਕਮਰੇ 'ਚ ਬੈਠ ਕੇ ਬਹੁਤ ਕਿਤਾਬਾਂ ਵੀ ਪੜ੍ਹੀਆਂ, ਹੂੰ, इस कमरे 'ਚ बैठ के मैं नमाज भी पढ़ी। हालांकि मैं हिंदू हूँ, सिख, ठीक है, मैं इसी 'ਚ पलिया बढ़िया, हूँ, परंतु मैं ये देखना चाहता सी कि है क्या। हूँ, मेरे कोई मुस्लिम मेरे भाई हैगे ने, उन्होंने मैंने कहा कि ये पढ़ो, मैं कहा ठीक है। मैं कभी अपने आप ਨੂੰ ਰੋਕਿਆ ਨਹੀਂ हूँ, ਕਿ ਮੈਨੂੰ ਅਗਰ ਕੋਈ ਕਹਿੰਦਾ ਨਾ ਈਸ਼ਵਰ ਮਿਲ ਜੂਗਾ ਤੁਹਾਨੂੰ ਆਹ ਕਰਨਾ ਈਸ਼ਵਰ, ਮੈਂ ਕਹਾ ਠੀਕ ਹੈ, ਕੋਈ ਨਹੀਂ, ਉਹ ਵਕਤ ਸੀਗਾ, ਉਹ ਮੈਂ ਕਰਦਾ ਚਲਾ ਗਿਆ। ਠੀਕ ਹੈ, ਫਿਰ ਮੈਂ ਬਾਈਬਲ ਵੀ ਸਟੱਡੀ ਕੀਤੀ, ਧਰਮਾਂ ਤੋਂ ਉੱਤੇ ਜਾ ਕੇ ਵੀ ਇੰਨਾ ਕੁਝ। ਹਾਂ ਮੈਂ ਉਸ ਬਾਰੇ ਤਾਂ ਸੋਚਿਆ ਹੀ ਨਹੀਂ ਹੈਗਾ ਕਿ ਕੋਈ ਕਹਿੰਦਾ ਕਿ ਆਹ ਧਰਮ ਨੂੰ ਆਹ ਅੱਛਾ ਹੈ ਬੁਰਾ ਨਾ। ਮੈਂ ਤਾਂ ਇਹ ਹੁੰਦਾ ਨਾ ਇੱਛਾ, ਪ੍ਰਬਲ ਇੱਛਾ, ਉਹ ਕੁਐਸਚਨ ਸੀ ਪ੍ਰਬਲ ਅੰਦਰ ਕਿ ਈਸ਼ਵਰ ਕੌਣ ਹੈ, ਕਿੱਥੇ ਹੈ। ਕੁਐਸਚਨ ਹੀ ਤੁਹਾਨੂੰ ਅੱਗੇ ਤੱਕ ਲੈ ਜਾਂਦਾ। ਕੁਐਸਚਨ ਅਗਰ ਤੁਹਾਡੇ ਅੰਦਰ ਨਹੀਂ ਹੈ ਅੱਛਾ, ਤਾਂ ਤੁਹਾਨੂੰ ਆਨਸਰ ਵੀ ਅੱਛਾ ਨਹੀਂ ਮਿਲਣ ਵਾਲਾ।
ਕੁਐਸਚਨ ਪ੍ਰਬਲ ਹੈ ਤੁਹਾਡੇ ਅੰਦਰ, ਹੂੰ ਤੁਹਾਨੂੰ ਆਨਸਰ ਵੀ ਮਿਲਦਾ ਹੈ। ਹੂੰ ਤਾਂ ਤੁਸੀਂ ਸੰਸਾਰ ਦੇ ਜਿੰਨੇ ਵੀ ਬੰਧਨ ਨੇ ਉਹ ਤੋੜ ਦਿੰਦੇ ਹੋ। ਹੂੰ ਭਗਤੀ ਇਹੀ ਹੈ ਨਾ ਕਿ ਬੰਧਨ ਤੋੜ ਮਿਲਾਵੇ ਰਾਮ, ਹੂੰ ਠੀਕ ਹੈ ਜੀ। ਹੂੰ ਜੋ ਬੰਧਨ ਹੀ ਨਹੀਂ ਟੁੱਟੇ, ਤੁਸੀਂ ਆਪਣੇ ਮਨ ਦੇ ਹੀ ਬੰਧਨ ਨਹੀਂ ਤੋੜ ਪਾ ਰਹੇ। ਹੂੰ ਇਹ ਵੀ ਮਨ ਦਾ ਬੰਧਨ ਹੀ ਹੈ ਨਾ, ਹੂੰ। ਕਿ ਉਹ ਧਰਮ ਉੱਚਾ ਉਹ ਨੀਚਾ ਨਾ। ਹੂੰ ਤੁਸੀਂ ਦੇਖੋ ਤਾਂ ਸਹੀ ਕਿਆ ਹੈ। ਹੂੰ ਹਰ ਧਰਮ ਨੂੰ ਮੈਂ ਕੋਸ਼ਿਸ਼ ਕੀਤੀ ਹੂੰ। ਸਟੱਡੀ ਕਰਨ ਦੀ, ਪ੍ਰੈਕਟੀਕਲ ਕੀਤਾ, ਹੂੰ ਤੇ ਫਿਰ ਇੱਕ ਇੱਛਾ ਹੋਈ ਕਿ ਫਾਈਨਲੀ ਕਿ ਤੂੰ ਅਗਰ ਹੈ ਹੂੰ। ਤਾਂ ਕਿੱਥੇ ਹੈ, ਹੂੰ ਮੈਨੂੰ ਆਪਣੇ ਦਰਸ਼ਨ ਕਰਵਾ। ਹੂੰ ਹੂੰ ਜਦੋਂ ਆਹ ਗੱਲ ਆਈ ਉਸ ਤੋਂ ਬਾਅਦ ਇਹਨੇ ਇੱਕ ਜੀਵਨ ਚ ਪਰਿਵਰਤਨ ਆਇਆ। ਮੇਰੇ ਪਰਿਵਰਤਨ ਚ ਗੁਰੂ ਆਇਆ ਜੀਵਨ ਚ, ਹੂੰ ਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ। ਹੂੰ ਉਹਨਾਂ ਦੀ ਹੀ ਬਾਣੀ ਹੁਣੇ ਪਿੱਛੇ ਮੈਂ ਬੋਲਿਆ। ਜਦੋਂ ਉਹ ਆਏ, ਹੂੰ ਉਹ 7-8 ਸਾਲ ਦਾ ਵਕਤ ਜੋ ਗੁਜ਼ਰਿਆ, ਹੂੰ ਕੁਐਸਚਨ ਉੱਥੇ ਵੀ ਇੱਕ ਪੈਂਡਿੰਗ ਰਹਿ ਗਿਆ। ਹੂੰ ਉੱਥੇ ਮੈਨੂੰ ਕਹਿੰਦੇ ਲਾਸਟ ਜਾਂਦੇ ਹੋਏ, कहते कि चिंगारी दी गई है, इसको आग आपने बनाना है। ਹੂੰ ਜਦੋਂ ਇਹ ਮੈਂ ਉਹਨਾਂ ਦੇ ਮੁਖਾਰਬਿੰਦ ਚੋਂ ਸੁਣਿਆ ਤੇ ਮੈਂ ਹੈਰਾਨ ਹੋ ਗਿਆ ਕਿ ਇਹ ਸੱਚੇ ਪਾਤਸ਼ਾਹ ਤੂੰ ਇਹ ਕੀ ਕਹਿ ਗਿਆ ਮੈਨੂੰ, ਹੂੰ ਕਿ ਤੂੰ ਚਿੰਗਾਰੀ ਹੀ ਦਿੱਤੀ ਸੀ ਹੂੰ ਕਿ ਅੱਗ ਹੁਣ ਮੈਂ ਖੁਦ ਬਣਾਣਾ। ਹੂੰ ਉਸ ਤੋਂ ਫਿਰ ਇੱਕ ਨਵਾਂ ਦੌਰ ਸ਼ੁਰੂ ਹੋਇਆ ਹੂੰ। ਤੇ ਉੱਥੇ ਤੇਰਾ ਸ਼ੁਕਰ ਹੈ ਆਇਆ। ਹੂੰ। ਠੀਕ ਹੈ ਜੀ। ਉਹ ਵੀ ਦਰਸ਼ਕਾਂ ਨੂੰ ਦੱਸ ਦਿਓ ਵੀ ਮੇਰਾ ਤੇਰਾ ਸ਼ੁਕਰ ਕੀ ਸੀ। ਤੇਰਾ ਸ਼ੁਕਰ ਦੇਖੋ, ਗਿਆਨ ਤੋਂ ਬਾਅਦ ਜਦੋਂ ਧਿਆਨ 'ਚ ਤੁਸੀਂ ਚਲੇ ਜਾਂਦੇ ਹੋ, ਹੂੰ ਉਸ ਧਿਆਨ ਦੇ ਵਿੱਚ ਹੂੰ ਮੈਨੂੰ ਉਹ ਤੇਰਾ ਸ਼ੁਕਰ ਹੈ ਮਿਲਿਆ। ਠੀਕ। ਠੀਕ ਹੈ ਜੀ। ਤੇ ਜਰਨੀ ਦੇਖੋ ਉੱਥੇ ਨਹੀਂ ਰੁਕਦੀ ਹੁੰਦੀ। ਹੂੰ ਜਰਨੀ ਬੇਸਿਕਲੀ, ਜਰਨੀ ਕਿਆ ਹੈ, ਮਨ ਹੀ ਭਜਦਾ ਹੈ। ਹੂੰ ਹੂੰ ਮਨ ਭਜਦਾ ਰਹਿੰਦਾ। ਹੂੰ। ਮਨ ਜਰਨੀ ਹੀ ਕਰਦਾ। ਮਨ ਬੇਸਿਕਲੀ ਪ੍ਰਕਿਰਤੀ ਹੈ। ਹੂੰ ਠੀਕ ਹੈ। ਮਨ ਹੀ ਮਾਇਆ ਹੈ ਹੂੰ ਤੇ ਮਾਇਆ ਦੇ ਵਿੱਚ ਇਹ ਆਪ ਖੁਦ ਬੈਠਾ ਹੈ। ਹੂੰ ਠੀਕ ਹੈ। ਹੂੰ ਆਤਮ ਰੂਪ ਚ ਤੁਸੀਂ ਉਹ ਆਤਮਾ ਤੱਕ ਪਹੁੰਚਣਾ, ਹੂੰ ਇਸ ਲਈ ਤੁਸੀਂ ਆਪਣੇ ਤੱਕ ਹੀ ਪਹੁੰਚਣਾ। ਹੂੰ ਧਿਆਨ ਤੁਹਾਨੂੰ ਉੱਥੇ ਤੱਕ ਲੈ ਜਾਂਦਾ। ਉਹ ਸ਼ੁਕਰਾਨੇ ਤੋਂ ਬਗੈਰ ਨਹੀਂ ਤੁਸੀਂ ਪਹੁੰਚ ਪਾਓਗੇ ਉੱਥੇ। ਹੂੰ। ਉੱਥੇ ਇਸ ਕਰਕੇ ਤੇਰਾ ਸ਼ੁਕਰ ਹੈ। ਤੇਰਾ ਦਾ ਮਤਲਬ ਸਭ ਕੁਝ ਤੇਰਾ ਹੈ, ਸਰੈਂਡਰ ਹੋ ਗਿਆ, ਹੂੰ। ਕੰਪਲੀਟ ਸਰੈਂਡਰ, ਸਮਰਪਣ। ਹੂੰ ਠੀਕ ਹੈ। ਜਦੋਂ ਸਮਰਪਣ ਹੋ ਗਿਆ, ਕੁਝ ਬਚਿਆ ਹੀ ਨਹੀਂ ਹੈਗਾ, ਹੂੰ ਤੇ ਸ਼ੁਕਰਾਨਾ। ਠੀਕ। ਠੀਕ ਹੈ ਜੀ। ਅੱਛਾ ਸਰ, ਕੁਛ ਜਿਵੇਂ ਤੁਸੀਂ ਗੱਲ ਕੀਤੀ ਉਹਦੇ ਵਿੱਚ ਇਹ ਹੈ ਕਿ ਦੋ ਗੱਲਾਂ ਸਵਾਲ ਨਿਕਲ ਕੇ ਆਉਂਦੇ ਨੇ। ਇੱਕ ਸਵਾਲ ਤਾਂ ਬਹੁਤ ਟਾਈਮ ਤੋਂ ਆਮ ਹਰੇਕ ਬੰਦੇ ਲਈ ਹੁੰਦਾ ਕਿ ਮੈਂ ਕੌਣ ਹਾਂ। ਦੂਜਾ ਸਵਾਲ ਇਹ ਹੈ ਕਿ ਜਿਸ ਮਕਾਮ ਤੇ ਤੁਸੀਂ ਪਹੁੰਚ ਚੁੱਕੇ ਹੋ, ਉਸ ਮਕਾਮ ਤੇ ਇਹ ਚੀਜ਼ ਆਪਾਂ ਕਹਿ ਸਕਦੇ ਹਾਂ ਸਾਫ਼ ਸ਼ਬਦਾਂ ਦੇ ਵਿੱਚ ਕਿ ਤੁਸੀਂ ਪਰਮਾਤਮਾ ਨੂੰ ਜਾਣ ਚੁੱਕੇ ਹੋ। ਇਹ ਦੋ ਸਵਾਲ ਨੇ, ਦੋਹਾਂ ਨੂੰ ਵੱਖਰੇ ਵੱਖਰੇ ਸਮਝਾਉਣਾ ਚਾਹੂੰ ਜਾਂ ਇੱਕ ਉਹਦੇ ਚ ਕਰਨਾ ਚਾਹੂੰ। ਮਤਲਬ ਕਿ ਤੁਸੀਂ ਇਹ ਜਾਣ ਚੁੱਕੇ ਹੋ ਕਿ ਮੈਂ ਕੌਣ ਹਾਂ। ਦੂਜਾ, ਕੀ ਪਰਮਾਤਮਾ ਹੈ, ਇਹ ਤੁਸੀਂ ਜਾਣ ਚੁੱਕੇ ਹੋ, ਉਹਨਾਂ ਨੂੰ ਮਿਲ ਚੁੱਕੇ ਹੋ, ਜਾਂ ਕੋਈ ਤੁਹਾਡਾ ਇਸ ਪੂਰੀ ਜਿਹੜੀ ਤੁਸੀਂ ਪ੍ਰੈਕਟਿਸ ਰਹੀ ਹੈ ਤੁਹਾਡੀ, ਉਹਦੇ ਵਿੱਚ ਕੁਝ ਇਹੋ ਜਿਹੇ ਐਕਸਪੀਰੀਅੰਸ ਰਹੇ ਜਿੱਥੇ ਤੁਹਾਨੂੰ ਪਰਮਾਤਮਾ ਦੇ ਆਪਾਂ ਕਹਿ ਦਈਏ ਕਿ ਸਾਕਸ਼ਾਤ ਇੱਕ ਦੂਜੇ ਨਾਲ ਰੂਬਰੂ ਹੋਏ। ਇਹਦੇ ਬਾਰੇ ਮੈਂ ਜਾਨਣਾ ਚਾਹੂँगा। मैं ਇੱਥੇ कुछ कहना चाहूँगा कि फिर शीशा साफ किया तो मैं निकला, मैं को साफ किया तो तू निकला। देखो, परमात्मा परमात्मा आत्मा ਦਾ स्वामी, ਇਨਸਾਨ ਮਨ ਹੀ ਨਹੀਂ ਛੱਡ ਪਾਉਂਦਾ, ਆਪਣੇ ਤੱਕ ਹੀ ਨਹੀਂ ਪਹੁੰਚ ਪਾਉਂਦਾ, ਪਰਮਾਤਮਾ ਤੱਕ ਤਾਂ ਦੂਰ ਦੀ ਗੱਲ ਹੋ ਜਾਂਦੀ। ਸ਼ੁਕਰਾਨਾ ਤੁਹਾਨੂੰ, ਤੇਰਾ ਸ਼ੁਕਰ ਹੈ, ਤੇਰਾ ਸਮਰਪਣ, ਈਸ਼ਵਰ ਨੂੰ ਸਮਰਪਣ। ਸ਼ੁਕਰਾਨਾ ਤੁਹਾਨੂੰ ਆਪਣੇ ਨਾਲ ਇੱਕ ਕਰ ਦੇਗਾ। ਜਦੋਂ ਤੁਸੀਂ ਆਪਣੇ ਨਾਲ ਇੱਕ ਹੋ ਜਾਓਗੇ, ਸਮ ਅਰਪਣ, ਸਮ ਹੋ ਕੇ ਅਰਪਣ ਹੋਣਾ ਪੈਂਦਾ ਹੈ। ਸਮ ਹੀ ਨਹੀਂ ਹੋਏ, ਠੀਕ ਹੈ, ਸ਼ੁਕਰਾਨਾ ਤੁਹਾਨੂੰ ਸਮ ਕਰ ਦੇਗਾ। ਠੀਕ ਹੈ, ਸ਼ਾਂਤ ਕਰ ਦੇਗਾ, ਮਨ ਨੂੰ ਸ਼ਾਂਤ। ਉਸ ਤੋਂ ਬਾਅਦ ਹੀ ਅਰਪਣ ਹੋ ਸਕਦੇ ਹੋ ਤੁਸੀਂ ਪੂਰਨ ਰੂਪ ਚ, ਜਿੱਥੇ ਮਨ ਦਾ ਦਵੰਦ ਖਤਮ ਹੁੰਦਾ। ਇਹ ਅਧਿਆਤਮ ਅਸਲ ਚ ਬਹੁਤ ਡੀਪ ਹੈ ਸਟੱਡੀ, ਬਹੁਤ ਡੀਪ ਨੂੰ ਇੱਥੇ ਮੈਂ ਤੁਹਾਨੂੰ ਨਹੀਂ ਕਰ ਪਾਉਂਗਾ, ਪਰੰਤੂ ਇੱਥੇ ਇੱਕ ਤੁਹਾਨੂੰ ਕਹਿਣਾ ਚਾਹੂੰਗਾ
ਗੀਤਾ ਕੀ ਕਹਿੰਦੀ ਹੈ, ਇੱਥੇ ਆ ਜਾਂਦਾ ਆਪਾਂ ਗੀਤਾ ਤੇ। ਓਮ ਸਭ ਕਹਿੰਦੇ ਇੱਕ ਓਂਕਾਰ। ਈਸ਼ਵਰ ਨੇ ਇੱਕ ਆਵਾਜ਼ ਦਿੱਤੀ ਓਮ, ਉਹਦੇ ਨਾਲ ਹੀ ਪੂਰਾ ਪੰਜ ਭੂਤ ਜੋ ਤੁਸੀਂ ਸ੍ਰਿਸ਼ਟੀ 'ਚ ਜੋ ਵੀ ਦਿਖਦਾ ਤੁਹਾਨੂੰ ਜਾਂ ਜਿਹੜਾ ਨਹੀਂ ਵੀ ਦਿਖਦਾ, ਠੀਕ ਹੈ, ਨਿਰਾਕਾਰ ਕਹਿ ਦਿੰਦੇ ਆ, ਉਹ ਬਣ ਚੁੱਕਾ, ਉਹ ਬਣ ਗਿਆ ਉਹਦੇ ਓਮ ਕਹਿਣ ਨਾਲ। ਉਹ ਚੱਲ ਰਿਹਾ ਹੈ, ਉਹ ਸ੍ਰਿਸ਼ਟੀ ਚਲਿਤ ਹੋ ਗਈ, ਚੱਲ ਰਹੀ ਹੈ ਸ੍ਰਿਸ਼ਟੀ, ਉਹਦੇ 'ਚ ਸਭ ਉਤਪन्न ਹੋ ਰਹੇ ਨੇ, ਜਾ ਰਹੇ ਨੇ, ਠੀਕ ਹੈ। ਤਿੰਨੋਂ ਦੇਵ ਆਪਣੇ ਕੰਮ ਕਰ ਰਹੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼। ਉਤਪन्न ਵੀ ਹੋ ਰਿਹਾ ਇੱਥੇ, ਉਹਦਾ ਪਾਲਣ ਪੋਸ਼ਣ ਵੀ ਹੋ ਰਿਹਾ, ਉਹਦਾ ਸਿੰਗਾਰ ਵੀ ਹੋ ਰਿਹਾ, ਇੱਕ ਓਮ ਕਹਿਣ ਨਾਲ ਚੱਲ ਰਿਹਾ। ਫਿਰ ਵਿੱਚ ਇਹ ਆਪ ਆ ਜਾਂਦਾ, ਕ੍ਰਿਸ਼ਨ ਰੂਪ ਚ ਆ ਜਾਂਦਾ। ਕਹਿੰਦਾ ਜਿਹੜਾ ਮੇਰਾ ਕ੍ਰਿਸ਼ਨ ਅਵਤਾਰ ਹੈ ਉਹ ਸਭਸੇ श्रेष्ठ ਹੈ, ਉਹ ਚ ਕੰਪਲੀਟ ਕਰ ਹਰ ਚੀਜ਼ ਨੂੰ ਕੰਪਲੀਟ ਦੱਸਿਆ ਗਿਆ, ਠੀਕ ਹੈ। ਬਹੁਤ ਡੀਪ, ਹੋਰ ਤੁਸੀਂ ਡੀਪ ਚ ਸਾਇੰਸ ਚ ਜਾਣਾ ਫਿਰ ਤੁਹਾਨੂੰ ਉद्धਵ ਗੀਤਾ ਪੜ੍ਹਨੀ ਪੈਣੀ। ਪਰੰਤੂ ਗੱਲ ਹੈ ਕਿ ਤੁਹਾਡਾ ਪ੍ਰੈਕਟੀਕਲ ਹੋਇਆ, ਪ੍ਰੈਕਟੀਕਲ ਨਹੀਂ ਹੋਇਆ। ਦੇਖੋ ਹੁਣ ਤੁਸੀਂ, ਤੁਹਾਨੂੰ ਮੈਂ ਕਹਾਂ ਕਿ ਗੁੜ ਬਹੁਤ ਮਿੱਠਾ ਹੁੰਦਾ ਹੈ, ਹੁਣ ਮੈਂ ਕਹਾਂ ਕਿੰਨਾ, ਤੁਸੀਂ ਕਹੋ ਕਿੰਨਾ ਮਿੱਠਾ ਹੁੰਦਾ, ਮੈਨੂੰ ਦੱਸ, ਬੋਲ ਕੇ ਦੱਸ, ਮੈਂ ਉਹ ਕਿਸ ਤਰ੍ਹਾਂ ਸ਼ਬਦਾਂ ਨਾਲ ਦੱਸ ਦਵਾਂ, ਠੀਕ ਹੈ। ਜੋ ਤੁਸੀਂ ਜਦ ਤੱਕ ਖੁਦ ਗੁੜ ਨਹੀਂ ਖਾਓਗੇ ਤਦ ਤੱਕ ਤੁਹਾਨੂੰ ਨਹੀਂ ਪਤਾ ਲੱਗੇਗਾ, ਠੀਕ ਹੈ ਜੀ। ਮੈਨੂੰ ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜੇ ਐਕਸਪੀਰੀਅੰਸ ਨੇ ਉਹ ਸ਼ਾਇਦ ਤੁਹਾਡੇ ਕੋਲ ਸ਼ਬਦ ਨਹੀਂ ਹੈਗੇ ਜਿਨ੍ਹਾਂ ਨੂੰ ਤੁਸੀਂ ਉਹ ਇਹ ਸ਼ਬਦ ਹੈ ਨਾ, ਇਹ ਸ਼ਬਦਾਂ ਤੋਂ ਉੱਪਰ ਹੈ, ਤੁਸੀਂ ਉੱਥੇ ਸ਼ਬਦ ਪਹੁੰਚ ਹੀ ਨਹੀਂ ਸਕਦੇ, ਕਿਉਂਕਿ ਸ਼ਬਦ ਤਾਂ ਇੱਕ ਕਹਿੰਦਾ ਸ਼ਬਦੋਂ ਮੈਂ ਓਂਕਾਰ, ਤੁਸੀਂ ਓਂਕਾਰ ਤਾਂ ਕਹਿ ਸਕਦੇ ਹੋ, ਪਰੰਤੂ ਉਸ ਤੋਂ ਬਾਅਦ ਨੈਕਸਟ, ਓਕੇ, ਉਸ ਤੋਂ ਬਾਅਦ ਇਹ ਆਪ ਹੀ ਹੈ ਨਾ। ਹੁਣ ਉਸ ਤੱਕ ਪਹੁੰਚਣਾ ਹੈ ਤੇ ਉਹਦਾ ਫਿਰ ਰੂਪ ਧਿਆਨ ਪ੍ਰਕਿਰਿਆ, ਉਹ ਆਸਾਨ ਤਰੀਕਾ ਹੈ, ਉਸ ਬਾਰੇ ਆਪਾਂ ਚਰਚਾ ਕਰਾਂਗੇ।